ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ। ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਜੋ ਕਿ ਲਗਾਤਾਰ ਖੇਤੀ ਆਰਡੀਨੈਂਸਾਂ ਦੇ ਖਿਲਾਫ ਹੱਲਾ ਬੋਲ ਕੀਤੇ ਹੋਏ ਨੇ। ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤਾਂ ਬਰਨਾਲਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਲਲਕਾਰ ਰੈਲੀ ਜਿਹੜੀ ਉਹ ਵੀ ਸ਼ੁਰੂ ਹੋ ਚੁੱਕੀ ਹੈ। ਵਿਰੋਧ ਪ੍ਰਦਰਸ਼ਨ ਦੇ ਵਿੱਚ ਸੂਬੇ ਭਰ ਚੋਂ ਕਿਸਾਨ ਜਿਹੜੇ ਨੇ ਇਸ ਲਲਕਾਰ ਰੈਲੀ ਦੇ ਵਿੱਚ ਪਹੁੰਚੇ ਹੋਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਈਆਂ ਨੇ। ਤਾਂ ਪ੍ਰਸਤਾਵਿਤ ਬਿਜਲੀ ਬਿੱਲ ਦਾ ਵੀ ਸਖਤ ਵਿਰੋਧ ਜਿਹੜਾ ਇਹਨਾਂ ਵੱਲੋਂ ਜਤਾਇਆ ਜਾ ਰਿਹਾ ਹੈ। ਤਾਂ ਇੱਕ ਪਾਸੇ ਪ੍ਰਸਤਾਵਿਤ ਬਿਜਲੀ ਬਿੱਲ ਹੈ ਤੇ ਦੂਜੇ ਪਾਸੇ ਖੇਤੀ ਆਰਡੀਨੈਂਸ ਜਿਨ੍ਹਾਂ ਦੇ ਖਿਲਾਫ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ ਜਿਹੜਾ ਹੈ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ 3 ਆਰਡੀਨੈਂਸ ਜਿਹੜੇ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਨੇ ਉਸ ਦੀ ਖਿਲਾਫਤ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ। ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਜਿਹੇ ਆਰਡੀਨੈਂਸ ਸਾਨੂੰ ਨਹੀਂ ਚਾਹੀਦੇ ਜੋ ਕਿ ਮੰਡੀਕਰਨ ਨੂੰ ਹੁੰਗਾਰਾ ਦੇਣ। ਤਾਂ ਸਾਫ਼ ਤੌਰ ਤੇ ਕਹਿ ਰਹੇ ਨੇ ਔਰ ਪ੍ਰਦਰਸ਼ਨ ਜਿਹੜਾ ਹੈ ਧਰਨਾ ਜਿਹੜਾ ਇਹਨਾਂ ਵੱਲੋਂ ਲਗਾਤਾਰ ਲਗਾਇਆ ਜਾ ਰਿਹਾ, ਥਾਂ-ਥਾਂ ਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਨੇ ਔਰ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਜਿਹੜਾ ਹੈ ਉਹ ਵੀ ਜਾਮ ਕੀਤਾ ਜਾ ਰਿਹਾ ਹੈ। ਤਾਂ ਤੁਹਾਨੂੰ ਦੱਸ ਦੇ ਕਿ ਬਰਨਾਲਾ ਦੇ ਵਿੱਚ ਵੀ ਲਲਕਾਰ ਰੈਲੀ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ। ਤਾਂ ਫਿਲਹਾਲ ਬਰਨਾਲਾ ਤੋਂ ਸਾਡੇ ਸਹਿਯੋਗੀ ਆਸ਼ੀਸ਼ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ। ਆਸ਼ੀਸ਼, ਕੀ ਕੁਝ ਪੂਰਾ ਮਾਮਲਾ ਤੁਹਾਡੇ ਤੋਂ ਸਮਝਣਾ ਚਾਹਾਂਗੇ। ਫਿਲਹਾਲ ਕਿੰਨਾ ਇਕੱਠ ਦੇਖਿਆ ਜਾ ਸਕਦਾ ਹੈ ਔਰ ਕੀ ਕੁਝ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਕਿਸਾਨ? ਨਵਜੋਤ, ਜਿਵੇਂ 6 ਮਹੀਨੇ ਲਗਾਤਾਰ ਕੋਵਿਡ-19 ਦਾ ਕੋਰੋਨਾ ਮਹਾਮਾਰੀ ਦੇ ਵਿੱਚ ਸਾਰੀ ਚੀਜ਼ਾਂ ਬੰਦ ਹੋ ਚੁੱਕੀਆਂ ਸੀ। ਅੱਜ ਪਹਿਲੀ ਵਾਰ ਬਰਨਾਲਾ ਵਿੱਚ ਅਨਾਜ ਮੰਡੀ ਵਿੱਚ ਲਲਕਾਰ ਰੈਲੀ ਜਿਹੜੀ ਕਿਸਾਨਾਂ ਨੇ ਰੱਖਿਆ, ਭਾਰੀ ਸੰਖਿਆ ਵਿੱਚ ਜਿੱਥੇ ਕਿਸਾਨ ਇਕੱਠੇ ਹੋਏ ਨੇ। ਬੱਸਾਂ ਟਰੱਕਾਂ ਤੇ ਚੜ੍ਹ ਕੇ ਦੂਰੋਂ ਦੂਰ ਕਿਸਾਨ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ 10 ਜਥੇਬੰਦੀਆਂ ਬੀਕੇ ਚ ਡੁਕਾਉਂਦੇ ਨਾਲ 10 ਕਿਸਾਨ ਜਥੇਬੰਦੀਆਂ ਨੇ ਅੱਜ ਬਰਨਾਲਾ ਵਿੱਚ ਇਕੱਠ ਰੱਖਿਆ ਰਿਹਾ ਸੀ। ਟੋਟਲ 250 ਜਥੇਬੰਦੀਆਂ ਆਲ ਇੰਡੀਆ ਦੇ ਉੱਤੇ ਵੱਖ-ਵੱਖ ਥਾਵਾਂ ਦੇ ਇਕੱਠ ਰੱਖਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਜਿਹੜਾ ਲੋਕ ਸਭਾ ਜਾਂ ਰਾਜ ਸਭਾ ਵਿੱਚ ਸੈਸ਼ਨ ਜਾਰੀ ਹੈ ਤੇ ਜੇ ਬਿੱਲ ਨੂੰ ਨਾ ਰੱਦ ਕੀਤਾ ਗਿਆ ਤੇ ਆਉਣ ਵਾਲੀ 16 ਤਰੀਕ ਨੂੰ ਇਹ ਤੋਂ ਹੋਰ ਵੀ ਵੱਡਾ ਸੰਘਰਸ਼ ਕੀਤਾ ਜਾਊਗਾ ਤੇ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਵੀ ਜਾ ਸਕਦੀਆਂ। ਜੀ ਤੇ ਆਸ਼ੀਸ਼, ਅਸੀਂ ਹੋਰ ਵੀ ਆਪਣੇ ਸਹਿਯੋਗੀ ਦੇ ਨਾਲ ਗੱਲ ਕੀਤੀ ਸੀ, ਉੱਥੇ ਵੀ ਕਹਿ ਰਹੇ ਸੀ ਜਿੱਥੇ ਥਾਂ-ਥਾਂ ਤੇ ਧਰਨੇ ਲੱਗ ਰਹੇ ਨੇ, ਕਹਿ ਰਹੇ ਨੇ ਸਾਫ਼ ਤੌਰ ਤੇ ਅਣਮਿੱਥੇ ਸਮੇਂ ਲਈ ਲੱਗ ਰਹੇ ਨੇ। ਤੁਹਾਨੂੰ ਪੁੱਛਣਾ ਚਾਹਾਂਗੇ ਇਸ ਵੇਲੇ ਕਿ ਕੋਈ ਆਲਾ ਅਧਿਕਾਰੀ ਉੱਥੇ ਮੌਜੂਦ ਨੇ ਜਾਂ ਕਿਸੇ ਤਰ੍ਹਾਂ ਦਾ ਕੋਈ ਆਸ਼ਵਾਸਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੂੰ? ਇੱਥੇ ਕੋਈ ਆਲਾ ਅਧਿਕਾਰੀ ਨਹੀਂ ਹੈ ਤੇ ਵੱਡੀ ਗੱਲ ਇਹ ਕਿ ਲਗਾਤਾਰ ਜਿਸ ਤਰ੍ਹਾਂ ਕਿਸਾਨ ਜੈਸੇ ਡੀਸੀ ਦਫ਼ਤਰ ਜਾਂ ਜ਼ਿਲ੍ਹੇ ਪੱਧਰ ਤੇ ਪ੍ਰੋਟੈਸਟ ਕਰਦੇ ਆ ਰਹੇ ਸੀ, ਪਰ ਜਿਸ ਤਰ੍ਹਾਂ ਅੱਜ ਬਰਨਾਲਾ ਦੀ ਪੂਰੇ ਪੰਜਾਬ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿਸੇ ਜਗ੍ਹਾ ਤੇ ਸੜਕਾਂ ਜਾਮ ਕੀਤੀਆਂ ਗਈਆਂ, ਕਿਸੇ ਜਗ੍ਹਾ ਤੇ ਅੱਜ ਰੈਲੀਆਂ ਕੀਤੀਆਂ ਜਾ ਰਹੀਆਂ। ਪਰ ਇਹ ਵੱਡੀ ਗੱਲ ਹੈ ਕਿ ਅੱਜ ਜਿੱਥੇ ਕਿਸਾਨ ਜਥੇਬੰਦੀਆਂ ਅੱਜ ਰੈਲੀਆਂ ਕਰ ਰਹੇ ਨੇ, ਕੱਲ ਸੜਕਾਂ ਜਾਮ ਕੀਤੀਆਂ ਜਾਣਗੀਆਂ। ਬੀਕੇ ਜੋ ਲੱਖੋਵਾਲ ਵੱਲੋਂ ਐਲਾਨ ਕੀਤਾ ਗਿਆ ਕੱਲ ਸਾਰੇ ਨੈਸ਼ਨਲ ਹਾਈਵੇ 2 ਘੰਟੇ ਇੱਥੇ ਬੰਦ ਕੀਤੇ ਜਾਣਗੇ। ਪਰ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜਿੱਥੇ ਇੱਕ ਸਾਰੇ ਕਿਸਾਨ ਦੇ ਨਾਲ ਆੜ੍ਹਤੀ ਤੇ ਆਮ ਲੋਕ ਵੀ ਜਿਹੜੇ ਜਥੇਬੰਦੀਆਂ ਉਹ ਵੀ ਸਾਰੀ ਕਿਸਾਨਾਂ ਦੇ ਧਰਨੇ ਵਿੱਚ ਉਤਰੇ ਨੇ। ਜੀ ਸ਼ੁਕਰੀਆ ਆਸ਼ੀਸ਼ ਇਸ ਖਬਰ ਤੇ ਪੂਰੀ ਜਾਣਕਾਰੀ ਵਾਸਤੇ। ਤਾਂ ਤਸਵੀਰਾਂ ਤੁਸੀਂ ਬਰਨਾਲਾ ਦੀਆਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਵੱਡਾ ਇਕੱਠ ਕੀਤਾ ਗਿਆ ਹੈ ਔਰ ਲਲਕਾਰ ਰੈਲੀ ਦਾ ਇਹ ਸਾਰੀ ਕਿਸਾਨ ਜਥੇਬੰਦੀਆਂ ਜੋ ਹੈ ਹਿੱਸਾ ਬਣੀਆਂ ਹੋਈਆਂ ਨੇ। तमाम ਜਥੇਬੰਦੀਆਂ ਦੇ ਆਗੂ ਜਿਹੜੇ ਨੇ ਇਸ ਦੇ ਵਿੱਚ ਸ਼ਾਮਿਲ ਨੇ ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ ਸੰਘਰਸ਼ ਜਿਹੜਾ ਹੈ ਹੋਰ ਤਿੱਖਾ ਕੀਤਾ ਜਾਵੇਗਾ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਸੰਘਰਸ਼ ਕੀਤਾ ਜਾਵੇਗਾ ਜੇਕਰ ਇਹ ਆਰਡੀਨੈਂਸ ਰੱਦ ਨਹੀਂ ਕੀਤੇ ਜਾਂਦੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਤਿੱਖਾ ਸੰਘਰਸ਼ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਜਾ ਰਹੀ ਹੈ ਔਰ ਵੇਖਣ ਵਾਲੀ ਗੱਲ ਹੋਵੇਗੀ ਕਿ ਅੱਗੇ ਇਸ ਆਰਡੀਨੈਂਸ ਨੂੰ ਲੈ ਕੇ ਹੋਰ ਕੀ ਕੁਝ ਅਪਡੇਟ ਆਉਂਦੀ ਹੈ। ਫਿਲਹਾਲ ਹੋਰ ਇੱਕ ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। ਅੰਮ੍ਰਿਤਸਰ ਤੋਂ ਇਹ ਵੱਡੀ ਖਬਰ ਆ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਨਿਊਜ਼ 18 ਦੀ ਖਬਰ ਦਾ ਵੱਡਾ ਅਸਰ ਹੋਇਆ ਹੈ। ਮਾਸੂਮ ਦੇ ਨਾਲ ਕੁੱਟਮਾਰ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ। ਤਾਂ ਬੱਚੇ ਦੇ ਮਾਂ-ਬਾਪ ਔਰ ਮਾਮੇ ਦੇ ਖਿਲਾਫ ਜੁਵਨਾਈਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਬੱਚੇ ਨੂੰ ਪੁਲਿਸ ਨੇ ਆਪਣੀ ਨਿਗਰਾਨੀ ਦੇ ਵਿੱਚ ਰੱਖਿਆ। ਤੁਹਾਨੂੰ ਦੱਸ ਦੇ ਕਿ ਨਿਊਜ਼ 18 ਬੀਤੇ ਦਿਨ ਵੀ ਪ੍ਰਮੁਖਤਾ ਦੇ ਨਾਲ ਇਸ ਖਬਰ ਨੂੰ ਨਸ਼ਰ ਕਰ ਰਿਹਾ ਸੀ। ਅੰਮ੍ਰਿਤਸਰ ਤੋਂ ਇੱਕ ਘਟਨਾ ਜਿਹੜੀ ਸਾਹਮਣੇ ਆਈ ਸੀਗੀ, ਇੱਕ ਸੌਤੇਲੇ ਪਿਓ ਦਾ ਮਾਮਲਾ ਸੀਗਾ ਔਰ ਇੱਕ ਮਾਂ ਵੱਲੋਂ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਸ ਦੇ ਵਿੱਚ ਮਾਂ ਵੱਲੋਂ ਤਸ਼ੱਦਦ ਜਿਹੜੀ ਆਪਣੇ ਹੀ ਬੱਚੇ ਤੇ ਢਾਈ ਜਾ ਰਹੀ ਸੀ, ਉਸ ਨੂੰ ਠੁੱਡਾ ਮਾਰੀਆਂ ਜਾ ਰਹੀਆਂ ਸੀ। ਦਿਲ ਨੂੰ ਦਹਿਲਾਉਣ ਵਾਲੀ ਇਹ ਵੀਡੀਓ ਸੀ ਕਿਉਂਕਿ ਮਹਿਜ਼ 3 ਤੋਂ 4 ਸਾਲ ਦਾ ਇਹ ਬੱਚਾ ਹੈ ਛੋਟਾ ਔਰ ਇਸ ਦੇ ਨਾਲ ਜੋ ਤਸ਼ੱਦਦ ਕੀਤੀ ਗਈ ਸੀ, ਹਾਲਾਂਕਿ ਉਸ ਦੀ ਜਿਹੜੀ ਵੀਡੀਓ ਹੈ ਉਸ ਦੇ ਸੌਤੇਲੇ ਪਿਓ ਨੇ ਹੀ ਬਣਾਈ ਹੈ ਪਰ ਇਹ ਵੀਡੀਓ ਜਿਹੜੀ ਹੈ ਇਹ ਪੁਰਾਣੀ ਦੱਸੀ ਜਾ ਰਹੀ ਹੈ। ਪਰ ਇਸ ਨੂੰ ਲੈ ਕੇ ਜਿਹੜੀ तमाम ਕਨਫਿਊਜ਼ਨ ਬਣੀ ਹੋਈ ਹੈ ਪਰ ਉਸ ਦੌਰਾਨ ਨਿਊਜ਼ 18 ਵੱਲੋਂ ਪੂਰੀ ਅਪਡੇਟ ਇਸ ਤੇ ਲਈ ਗਈ ਔਰ ਤੁਹਾਨੂੰ ਦਿਖਾਈ ਗਈ ਔਰ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਤੇ ਇੱਕ ਵੱਡਾ ਮੋੜ ਸਾਹਮਣੇ ਆਇਆ ਹੈ। ਬੱਚੇ ਦੇ ਮਾਂ-ਬਾਪ ਔਰ ਮਾਮੇ ਦੇ ਖਿਲਾਫ ਕੇਸ ਜਿਹੜਾ ਦਰਜ ਕਰ ਲਿਆ ਗਿਆ ਹੈ ਔਰ ਜੁਵਨਾਈਲ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਬੱਚੇ ਨੂੰ ਪੁਲਿਸ ਨੇ ਆਪਣੀ ਨਿਗਰਾਨੀ ਦੇ ਵਿੱਚ ਰੱਖ ਲਿਆ।
ਵੱਲੋਂ ਆਪਣੇ ਬੱਚੇ ਦੀ ਬੇਰਹਿਮੀ ਦੇ ਨਾਲ ਪਿਟਾਈ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਬੱਚੇ ਦੀ ਮਾਂ ਅਤੇ ਪਿਤਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਮੇਰੇ ਨਾਲ ਇਸ ਵੇਲੇ ਬੀ ਡਿਵੀਜ਼ਨ ਥਾਣੇ ਦੇ SHO ਗੁਰਵਿੰਦਰ ਸਿੰਘ ਨੇ, ਉਹਨਾਂ ਤੋਂ ਜਾਣਦੇ ਹਾਂ। ਸਰ, ਕੀ ਮਾਮਲਾ ਦਰਜ ਕੀਤਾ ਗਿਆ ਔਰ ਕਿਸ ਦੀ ਸ਼ਿਕਾਇਤ ਦੇ ਉੱਪਰ ਇਹ ਕਾਰਵਾਈ ਹੋਈ ਹੈ ਔਰ ਜਿਹੜੀ ਵੀਡੀਓ ਸਾਹਮਣੇ ਆਈ ਸੀ ਕਿ ਉਸ ਤੋਂ ਬਾਅਦ ਹੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ? ਜਦੋਂ ਇਹ ਫੇਸਬੁੱਕ ਤੇ ਵੀਡੀਓ ਵਾਇਰਲ ਹੁੰਦੀ ਆ ਜੀ ਔਰ ਸਾਨੂੰ ਪਤਾ ਲੱਗਾ ਕਿ ਸ਼ਹੀਦ ਊਧਮ ਸਿੰਘ ਨਗਰ ਦੇ ਏਰੀਏ ਦੇ ਨੇ, ਅਸੀਂ ਤੁਰੰਤ ਵੈਰੀਫਾਈ ਕਰਕੇ ਔਰ ਜਦੋਂ ਵੈਰੀਫਾਈ ਕਰਨ ਤੋਂ ਬਾਅਦ ਸਾਨੂੰ ਇਹਦਾ ਪਤਾ ਲੱਗਾ ਕਿ ਇਹ ਸ਼ਹੀਦ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਨੇ ਤੇ ਉਹ ਥਾਣਾ ਬੀ ਡਿਵੀਜ਼ਨ 'ਚ ਏਰੀਆ ਪੈਂਦਾ। ਔਰ ਅਸੀਂ ਤੁਰੰਤ ਉਸ ਜਿਹੜਾ ਹੈਗਾ ਵਾ ਬੱਚੇ ਨੂੰ ਮਾਰਕੁੱਟ ਕਰਨ ਵਾਲੀ ਉਹਦੀ ਮਾਤਾ ਔਰ ਪਿਤਾ ਜਿਹੜਾ ਅਮਨਪ੍ਰੀਤ ਕੌਰ ਆ ਤੇ ਜਗਜੀਤ ਸਿੰਘ ਆ, ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 246 ਅਧੀਨ ਧਾਰਾ 75 ਜੁਵਨਾਈਲ ਜਸਟਿਸ ਐਕਟ 2015 ਤਹਿਤ ਥਾਣੇ ਬੀ ਡਿਵੀਜ਼ਨ 'ਚ ਮੁਕੱਦਮਾ ਦਰਜ ਕੀਤਾ ਹੈ ਜੀ। ਔਰ ਅਸੀਂ ਉਹਦੀ ਤਫਤੀਸ਼ ਜਿਹੜੀ ਕਰ ਰਹੇ ਹਾਂ ਔਰ ਤਫਤੀਸ਼ ਦੌਰਾਨ ਇਹਨਾਂ ਤੋਂ ਬਗੈਰ ਜੇ ਹੋਰ ਵੀ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕਰਾਂਗੇ। ਪਰ ਕੀ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਔਰ ਇਹ ਗੱਲ ਸਾਹਮਣੇ ਆਈ ਕਿ ਉਹਦੇ ਸਰੀਰ ਦੇ ਕਿੱਥੇ ਕਿੱਥੇ ਸੱਟਾਂ ਨੇ ਔਰ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਕਦੋਂ ਕੀਤੀ ਜਾਏ? ਬਿਲਕੁਲ ਜੀ, ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਔਰ ਅਸੀਂ ਕੱਲ ਬੱਚੇ ਦਾ ਸਰਕਾਰੀ ਤੌਰ ਤੇ ਸਿਵਲ ਹਸਪੀਟਲ ਤੋਂ ਮੈਡੀਕਲ ਕਰਵਾ ਚੁੱਕੇ ਹਾਂ। ਉਹਦੀ ਅੱਜ ਸਾਨੂੰ ਰਿਪੋਰਟ ਮਿਲ ਜਾਣੀ ਹੈ ਜੀ ਔਰ ਉਸ ਮੈਡੀਕਲ ਰਿਪੋਰਟ ਦੇ ਮੁਤਾਬਕ ਅਸੀਂ ਜਿਹੜੀ ਆ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੇ ਹਾਂ। ਤਾਂ ਕੋਈ ਜਿਹੜੀ ਸ਼ਿਕਾਇਤ ਵੀ ਕਿਸੇ ਵੱਲੋਂ ਕੀਤੀ ਗਈ ਇਸ ਮਾਮਲੇ ਦੇ ਵਿੱਚ? ਬਿਲਕੁਲ ਜੀ, ਚਾਈਲਡ ਪ੍ਰੋਟੈਕਸ਼ਨ ਯੂਨਿਟ ਵੱਲੋਂ ਜਿਹੜੇ ਇੱਥੋਂ ਅੰਮ੍ਰਿਤਸਰ ਤੋਂ ਆ ਤਰਜੀਤ ਸਿੰਘ ਪ੍ਰੋਬੇਸ਼ਨ ਆਫੀਸਰ ਨੇ, ਉਹਨਾਂ ਨੇ ਸਾਨੂੰ ਇਹਦੀ ਲਿਖਤੀ ਸ਼ਿਕਾਇਤ ਕੀਤੀ ਜਿਨ੍ਹਾਂ ਦੀ ਦਰਖਾਸਤ ਤੇ ਅਸੀਂ FIR ਦਰਜ ਕੀਤੀ ਹੈ। ਹੁਣ ਬੱਚਾ ਜਿਹੜਾ ਉਹ ਮਾਪਿਓ ਦੀ ਕਸਟਡੀ ਦੇ ਵਿੱਚ ਹੈ ਜਾਂ ਪੁਲਿਸ ਦੀ ਜਿਹੜੀ ਦੇਖ-ਰੇਖ ਦੇ ਵਿੱਚ ਹੀ ਉਹਦਾ ਇਲਾਜ? ਬਿਲਕੁਲ ਜੀ, ਚਾਈਲਡ ਪ੍ਰੋਟੈਕਸ਼ਨ ਯੂਨਿਟ ਦੇ ਜਿਹੜਾ ਵਾ ਇਹ ਦੇਖ-ਰੇਖ ਦੇ ਵਿੱਚ ਇਹਦਾ ਇਲਾਜ ਹੋ ਰਿਹਾ ਵਾ ਬੱਚੇ ਦਾ ਔਰ ਫਿਲਹਾਲ ਅਸੀਂ ਉਹਦਾ ਬੱਚੇ ਦਾ ਇਲਾਜ ਵੀ ਜ਼ਰੂਰੀ ਹੈ ਔਰ ਉਹਦਾ ਇਲਾਜ ਥੋੜਾ ਉਹ ਸਹੀ ਹੁੰਦਾ ਵਾ ਤੇ ਉਹਦੇ ਤੋਂ ਬਾਅਦ ਵੀ ਜਿਹੜੇ ਸੰਬੰਧਿਤ ਦੋਸ਼ੀ ਨੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਤਾਂ ਇਹ ਨੇ SHO ਗੁਰਵਿੰਦਰ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੋਨਾਂ ਜਿਹੜੇ ਮਾਤਾ ਪਿਤਾ ਨੇ ਬੱਚੇ ਦੇ, ਇੱਕ ਜਿਹੜੀ ਵੀਡੀਓ ਬਣਾਉਣ ਵਾਲਾ ਉਸਦਾ ਪਿਤਾ ਸੀ ਔਰ ਵੀਡੀਓ ਦੇ ਵਿੱਚ ਨਜ਼ਰ ਆਉਣ ਵਾਲੀ ਜਿਹੜੀ ਔਰਤ ਹੈ ਬੱਚੇ ਦੀ ਮਾਤਾ ਸੀ, ਜਿਹੜੀ ਬੇਰਹਿਮੀ ਦੇ ਨਾਲ ਉਸ ਨੂੰ ਕੁੱਟਦੀ ਹੋਈ ਦਿਖਾਈ ਦੇ ਰਹੀ ਹੈ। ਤਾਂ ਪੁਲਿਸ ਵੱਲੋਂ ਦੋਵਾਂ ਦੇ ਖਿਲਾਫ ਕੇਸ ਰਜਿਸਟਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਤਾਂ ਚਾਈਲਡ ਪ੍ਰੋਟੈਕਸ਼ਨ ਯੂਨਿਟ ਦੇ ਤਹਿਤ ਜਿਹੜਾ ਮਾਮਲਾ ਵੀ ਹੈ ਹੁਣ ਅੱਗੇ ਦਰਜ ਕੀਤਾ ਗਿਆ ਔਰ ਚਾਈਲਡ ਪ੍ਰੋਟੈਕਸ਼ਨ ਯੂਨਿਟ ਨੇ ਇਸ ਬੱਚੇ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਕੇ ਉਸ ਦਾ ਇਲਾਜ ਜਿਹੜਾ ਸ਼ੁਰੂ ਕਰਵਾ ਦਿੱਤਾ ਹੈ। ਔਰ ਫਿਲਹਾਲ ਨਿਊਜ਼ 18 ਵੱਲੋਂ ਇੱਕ ਖਬਰ ਜਿਹੜੀ ਪ੍ਰਮੁਖਤਾ ਦੇ ਨਾਲ ਨਸ਼ਰ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਔਰ ਕਾਰਵਾਈ ਜਿਹੜੀ ਹੈ ਉਹ ਆਰੰਭ ਦਿੱਤੀ ਗਈ ਹੈ। ਫਿਲਹਾਲ ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਲੈਣੇ। ਖਬਰ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਨਾਲ ਜੁੜੀ ਹੋਈ ਹੈ। ਤਾਂ ਕਥਿਤ ਸਕਾਲਰਸ਼ਿਪ ਘੁਟਾਲਾ ਹਾਈ ਕੋਰਟ ਦੇ ਦਰਵਾਜ਼ੇ ਤੇ ਜਾ ਪੁੱਜਿਆ ਹੈ। ਤਾਂ ਹਾਈ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਜਿਹੜੀ ਹੈ ਉਹ ਦਾਖਲ ਕਰ ਦਿੱਤੀ ਗਈ ਹੈ। ਮਾਮਲੇ ਦੇ ਵਿੱਚ CBI ਤੋਂ ਜਾਂਚ ਕਰਵਾਉਣ ਦੀ ਮੰਗ ਜਿਹੜੀ ਉਹ ਕੀਤੀ ਗਈ ਹੈ ਔਰ ਪੰਜਾਬ ਕੇਂਦਰ ਸਰਕਾਰ ਤੇ CBI ਨੂੰ ਇਸ ਦੇ ਵਿੱਚ ਪਾਰਟੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਹਿਮਾਚਲ ਦੇ ਵਿੱਚ ਵੀ ਘੁਟਾਲਾ ਹੋਇਆ ਹੈ। ਤਾਂ ਪਟੀਸ਼ਨਕਰਤਾ ਨੇ ਸਾਫ਼ ਤੌਰ ਤੇ ਆਪਣੀ ਪਟੀਸ਼ਨ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ ਘੁਟਾਲਾ ਹੋਇਆ ਹੈ, ਜਿਸ ਦਾ ਖੁਲਾਸਾ ਹੋਣਾ ਚਾਹੀਦਾ ਔਰ ਹਾਈ ਕੋਰਟ ਦੇ ਵਿੱਚ ਮਾਮਲੇ ਵਿੱਚ ਜਲਦ ਸੁਣਵਾਈ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਇੱਕ ਕੈਬਨਿਟ ਮੰਤਰੀ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਔਰ ਹੁਣ ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਔਰ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ CBI ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਪੰਜਾਬ ਸਮੇਤ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ ਘੁਟਾਲੇ ਦਾ ਖਦਸ਼ਾ ਜਤਾਇਆ ਗਿਆ ਹੈ। ਤਾਂ ਫਿਲਹਾਲ ਇਸ ਮਾਮਲੇ ਤੇ ਹੋਰ ਜਾਣਕਾਰੀ ਵਾਸਤੇ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ। ਉਮੇਸ਼, ਹੁਣ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਹੈ ਦਾਖਲ ਕੀਤੀ ਗਈ ਹੈ ਮਾਮਲੇ ਨੂੰ ਲੈ ਕੇ, ਕੀ ਹੈ ਪੂਰਾ ਮਾਮਲਾ, ਕੀ ਹੈ ਅਪਡੇਟ ਇਸ ਤੇ? ਇਸ ਦੇ ਨਾਲ ਹੀ ਹਾਈ ਕੋਰਟ ਦੇ ਵਿੱਚ ਹੁਣ ਸੁਣਵਾਈ ਕਦੋਂ ਹੋਣ ਦੀ ਉਮੀਦ ਹੈ? नवजोत, जिस हिसाब नाल हाई प्रोफाइल मामला बन गया सी और पंजाब च बड़ी राजनीति भी इस मसले ਨੂੰ ਲੈ ਕੇ ਹੋ ਰਹੀ ਹੈ और एक कैबिनेट मिनिस्टर ਦਾ ਨਾਮ ਵੀ ਆਇਆ और याचिका ਜਿਹੜੇ ਪਟੀਸ਼ਨ ਨੇ ਉਹਨਾਂ ਨੇ ਇਹ ਪਾਈ ਹੈ ਕਿ ਉਹਦੇ ਵਿੱਚ ਸਾਫ਼ ਲਿਖਿਆ ਗਿਆ ਕਿ ਇਹ ਜਿਹੜੀ ਜਾਂਚ ਹੈਗੀ ਹੈ, ਹਾਲਾਂਕਿ ਪੰਜਾਬ ਸਰਕਾਰ ਕਹਿੰਦੇ ਕਿ ਅਸੀਂ ਆਪਣੀ ਜਾਂਚ ਕਰ ਰਹੇ ਹਾਂ, ਸੈਂਟਰ ਕਹਿੰਦੇ ਕਿ ਅਸੀਂ ਆਪਣੀ ਜਾਂਚ ਕਰ ਰਹੇ ਹਾਂ, ਲੇਕਿਨ ਮਾਮਲਾ ਵੱਡਾ ਹੈ, ਘੁਟਾਲੇ ਦਾ ਪੂਰਾ ਇਹਦੇ ਵਿੱਚ ਸਾਰੇ ਤੱਥ ਹੈਗੇ ਨੇ ਔਰ ਇਸ ਕਰਕੇ ਇਸ ਮਾਮਲੇ ਦੀ ਜਾਂਚ ਜਿਹੜੀ ਹੈਗੀ CBI ਨੂੰ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਏਦਾਂ ਦਾ ਹੀ ਘੁਟਾਲਾ ਹਿਮਾਚਲ ਤੇ ਹਰਿਆਣਾ ਵਿੱਚ ਵੀ ਹੈ ਹਾਲਾ ਔਰ ਹਿਮਾਚਲ ਵਿੱਚ ਉੱਥੇ CBI ਜਾਂਚ ਚੱਲ ਰਹੀ ਹੈ ਤੇ ਕਿਤੇ ਨਾ ਕਿਤੇ ਸੱਚ ਸਾਹਮਣੇ ਲੈਣੇ ਵਾਸਤੇ, ਸੱਚ ਸਾਹਮਣੇ ਆਉਣਾ ਚਾਹੀਦਾ, ਉਹਦੇ ਵਾਸਤੇ CBI ਜਾਂਚ ਬੇहद ਜ਼ਰੂਰੀ ਹੈ, ਬੇहद ਲੋੜ ਹੈ CBI ਜਾਂਚ ਦੀ। ਨਾਲ ਇਹ ਵੀ ਉਹਦੇ ਵਿੱਚ ਕਿਹਾ ਗਿਆ ਕਿ ਜਦੋਂ ਤੱਕ ਏਦਾਂ ਦੀ ਜਾਂਚ CBI ਨਹੀਂ ਕਰੇਗੀ ਸਰਕਾਰਾਂ ਕਿਤੇ ਨਾ ਕਿਤੇ ਲਿਪਾਪੋਤੀ ਕਰਦੀਆਂ ਨੇ ਤੇ ਰਜਿਸਟਰੀ ਵਿੱਚ ਪਟੀਸ਼ਨ ਫਾਈਲ ਹੋ ਚੁੱਕੀ ਹੈ। ਜਦੋਂ ਰਜਿਸਟਰੀ ਤੋਂ ਕਲੀਅਰ ਹੋ ਕੇ ਇਹ ਸੁਣਵਾਈ ਵਾਸਤੇ ਬੈਂਚ ਵਾਸਤੇ, ਕਿਉਂਕਿ ਜਿਹੜੀ ਜਨਹਿਤ ਯਾਚੀਕਾ ਹੁੰਦੀਆਂ ਹੈ ਉਹ ਚੀਫ ਜਸਟਿਸ ਹੁੰਦੇ ਨੇ ਹਾਈ ਕੋਰਟ ਦੇ, ਉਹਨਾਂ ਦੇ ਸਾਹਮਣੇ
ਸੁਣਾਈ ਵਾਸਤੇ ਆਏਗੀ ਤੇ ਉਮੀਦ ਹੈ ਕਿ ਜਲਦ ਹੀ ਕੁਝ ਦਿਨਾਂ ਵਿੱਚ ਇਹਦੇ ਤੇ ਸੁਣਾਈ ਹੋਏਗੀ। ਜੀ ਸ਼ੁਕਰੀਆ ਉਮੇਸ਼ ਇਸ ਖਬਰ ਤੇ ਪੂਰੀ ਜਾਣਕਾਰੀ ਵਾਸਤੇ। ਤੁਹਾਨੂੰ ਦੱਸ ਦਈਏ ਕਿ ਕਥਿਤ ਸਕਾਲਰਸ਼ਿਪ ਘੁਟਾਲੇ ਦੇ ਵਿੱਚ ਇੱਕ ਕੈਬਨਿਟ ਮਿਨਿਸਟਰ ਦਾ ਵੀ ਨਾਮ ਸਾਹਮਣੇ ਆ ਰਿਹਾ ਔਰ ਹੁਣ ਇੱਕ ਜਨਹਿਤ ਪਟੀਸ਼ਨ ਜਿਹੜੀ ਹੈ ਦਾਖਲ ਕਰ ਦਿੱਤੀ ਗਈ ਹੈ ਕਿਉਂਕਿ ਆਪਣੇ ਤੌਰ ਤੇ ਆਪਣੇ ਲੈਵਲ ਤੇ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਉਹ ਜਾਂਚ ਕਰ ਰਹੀ ਹੈ ਔਰ ਕੇਂਦਰ ਸਰਕਾਰ ਵੀ ਕਹਿ ਰਹੀ ਹੈ ਕਿ ਜਾਂਚ ਜਾਰੀ ਹੈ ਪਰ ਮਾਮਲਾ ਬੇਸ਼ੱਕ ਵੱਡਾ ਹੈ ਔਰ ਹੁਣ ਇਸ ਦੇ ਵਿੱਚ ਜਨਹਿਤ ਪਟੀਸ਼ਨ ਦੇ ਰਾਹੀਂ ਸੀਬੀਆਈ ਜਾਂਚ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਸ ਦੇ ਨਾਲ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਕਿ ਜਿਸ ਲੈਵਲ ਤੇ ਪੰਜਾਬ ਦੇ ਵਿੱਚ ਘੁਟਾਲਾ ਕੀਤਾ ਗਿਆ ਉਸੇ ਲੈਵਲ ਤੇ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ ਘੁਟਾਲਾ ਹੋਇਆ ਤੇ ਉਸ ਤੇ ਵੀ ਜਾਂਚ ਪੂਰੀ ਹੋਣੀ ਚਾਹੀਦੀ ਹੈ। ਅਗਲੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ। ਬਠਿੰਡਾ ਦੇ ਵਿੱਚ ਸਿਵਲ ਹਸਪਤਾਲ ਤੋਂ ਇੱਕ ਹਵਾਲਾਤੀ ਭੱਜ ਗਿਆ ਔਰ ਸਬ ਇੰਸਪੈਕਟਰ ਤੇ ਹਮਲਾ ਕਰਕੇ ਇਹ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ ਤਾਂ ਪੁਲਿਸ ਮੁਲਾਜ਼ਮ ਦਾ ਗਲਾ ਘੁੱਟ ਕੇ ਮਾਰਨ ਦੀ ਇਸ ਵੱਲੋਂ ਕੋਸ਼ਿਸ਼ ਕੀਤੀ ਗਈ ਔਰ ਹਵਾਲਾਤੀ ਨੇ ਜੇਲ੍ਹ ਦੇ ਵਿੱਚ ਖੁਦਕੁਸ਼ੀ ਦਾ ਯਤਨ ਵੀ ਕੀਤਾ ਸੀ ਔਰ ਉਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਔਰ ਉਸ ਤੋਂ ਬਾਅਦ ਇਹ ਉੱਥੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੀ ਇੱਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ। ਬਠਿੰਡਾ ਦੇ ਵਿੱਚ ਸਿਵਲ ਹਸਪਤਾਲ ਤੋਂ ਇੱਕ ਹਵਾਲਾਤੀ ਫਰਾਰ ਹੋ ਗਿਆ ਹੈ ਔਰ ਸਬ ਇੰਸਪੈਕਟਰ ਤੇ ਹਮਲਾ ਕਰਕੇ ਮੁਲਜ਼ਮ ਜਿਹੜਾ ਹੈ ਫਰਾਰ ਹੋਇਆ ਹੈ ਔਰ ਇਸਨੇ ਭੱਜਣ ਵੇਲੇ ਪੁਲਿਸ ਮੁਲਾਜ਼ਮ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਸੀ ਔਰ ਇਸ ਤੋਂ ਪਹਿਲਾਂ ਵੀ ਇਹ ਹਵਾਲਾਤੀ ਨੇ ਜੇਲ੍ਹ ਦੇ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਸਵਾ 7:30 ਦਾ ਟਾਈਮ ਸੀਗਾ ਜੀ। ਪਹਿਲਾਂ ਜਦੋਂ ਉਹ ਜਿਹੜਾ ਕੈਦੀ ਸੀਗਾ ਹਵਾਲਾਤੀ ਉਹ ਚੀਕਾਂ ਮਾਰਨ ਲੱਗ ਗਿਆ, ਕਹਿੰਦਾ ਦਰਦ ਹੁੰਦਾ ਬਹੁਤ ਜ਼ਿਆਦਾ। ਮੇਰੇ ਕੋਲ ਜੋ ਡਾਕਟਰ ਸਾਹਿਬ ਨੇ ਗੋਲੀਆਂ ਦਿੱਤੀਆਂ ਸੀ ਉਹਨੂੰ ਮੈਂ ਗੋਲੀਆਂ ਦੇ ਦਿੱਤੀਆਂ। ਉਸ ਤੋਂ ਬਾਅਦ ਫਿਰ ਬਾਹਲਾ ਜੋ ਚਲਾਉਣ ਲੱਗ ਗਿਆ ਵੀ ਕਹਿੰਦਾ ਮੈਨੂੰ ਤਾਂ ਡਾਕਟਰ ਸਾਹਿਬ ਦੇ ਕੋਲੇ ਲੈ ਚੱਲ। ਮੈਂ ਜਦੋਂ ਪਹਿਲਾਂ ਆਪਦੇ ਗੇਟ ਦੀ ਉਹ ਬਾਹਰ ਖੋਲ੍ਹਤਾ ਤਾਲਾ, ਜਦੋਂ ਮੈਂ ਉਹਦੇ ਪੈਰ ਨੂੰ ਹੱਥ ਕੜੀ ਖੋਲ੍ਹਤੀ ਤੇ ਮੈਨੂੰ ਨਹੀਂ ਉਹਨੇ ਪਤਾ ਲੱਗਿਆ, ਇੱਕਦਮ ਪਰਨਾ ਮੇਰੇ ਗਲ 'ਚ ਪਾ ਲਿਆ ਉਹਨੇ। ਤੇ ਪਰਨਾ ਪਾ ਕੇ ਤੇ ਉਹਨੇ ਮੈਨੂੰ ਭੁੰਜੇ ਸੁੱਟ ਲਿਆ ਜੀ। ਉਹ ਨੱਕ 'ਚੋਂ ਲਹੂ ਨਿਕਲਣ ਲੱਗ ਗਿਆ, ਸਰੀਰ 'ਚ ਇੱਥੇ ਹੋਰ ਉਂਗਲਾਂ ਤੇ ਕੰਚ ਵੱਜ ਗਿਆ ਤੇ ਫਿਰ ਜਦੋਂ ਮੈਂ ਇਸ ਤਰ੍ਹਾਂ ਪੈ ਗਿਆ ਉਹਨੂੰ ਐਂ ਹੋ ਕੇ ਮਰ ਗਿਆ। ਫਿਰ ਉਹਨੇ ਬਾਹਰ ਖੋਲ੍ਹ ਕੇ ਦੂਜਾ ਤਾਲਾ ਤੋੜ ਕੇ ਤੇ ਭੱਜ ਗਿਆ, ਮੈਨੂੰ ਅੰਦਰੋਂ ਕੁੰਡਾ ਲਾ ਗਿਆ। ਤਾਂ ਫਿਲਹਾਲ ਤੁਸੀਂ ਪੁਲਿਸ ਮੁਲਾਜ਼ਮ ਨੂੰ ਸੁਣ ਰਹੇ ਸੀ ਜੋ ਸਾਫ਼ ਤੌਰ ਤੇ ਕਹਿ ਰਹੇ ਕਿ ਕਿਸ ਤਰ੍ਹਾਂ ਉਹਨਾਂ ਤੇ ਹਮਲਾ ਕੀਤਾ ਗਿਆ। ਪਹਿਲਾਂ ਇਸਨੇ ਹਵਾਲਾਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਇਸਨੇ ਪੁਲਿਸ ਮੁਲਾਜ਼ਮ ਤੇ ਹੀ ਅਟੈਕ ਕਰ ਦਿੱਤਾ ਔਰ ਉਸ ਤੋਂ ਬਾਅਦ ਇਹ ਫਰਾਰ ਹੋ ਗਿਆ। ਫਿਲਹਾਲ ਸਾਡੇ ਨਾਲ ਸਾਡੇ ਸਹਿਯੋਗੀ ਸੂਰਜ ਭਾਨ ਜੁੜ ਚੁੱਕੇ ਨੇ ਬਠਿੰਡਾ ਤੋਂ। ਸੂਰਜ, ਕੀ ਕੁਝ ਮਾਮਲਾ ਹੈ ਤੁਹਾਡੇ ਤੋਂ ਇੱਕ ਵਾਰ ਡਿਟੇਲ ਦੇ ਵਿੱਚ ਸਮਝਣਾ ਚਾਹਾਂਗੇ ਕਿ ਹੁਣ ਤੱਕ ਕੋਈ ਅਤਾ ਪਤਾ ਲੱਗ ਪਾਇਆ ਹੈ ਇਸ ਹਵਾਲਾਤੀ ਦਾ? ਦੇਖੋ ਜੀ ਡਾਕਟਰ, ਹਵਾਲਾਤੀ ਇਹ ਜਲੰਧਰ ਦਾ ਰਹਿਣ ਵਾਲਾ ਹੈ ਤੇ NDPC ਦੇ ਮੁਕੱਦਮੇ ਦੇ ਚੱਲਦੇ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਹੈ। ਇਹ ਬੰਦਾ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਇਸਨੇ ਕੀਤੀ ਸੀ, ਉਦੋਂ ਵੀ ਇਸ ਨੂੰ ਹਸਪੀਟਲ ਭਰਤੀ ਕਰਵਾਇਆ ਸੀ। ਅੱਜ ਹਸਪੀਟਲ ਦੇ ਵਿੱਚ ਜਦੋਂ ਇਹ ਇਸਦਾ ਇਲਾਜ ਚੱਲ ਰਿਹਾ ਸੀ ਤਾਂ ਆਖਿਰਕਾਰ ਇਸਨੇ ਜਿਹੜਾ ਉੱਥੇ ਡਿਊਟੀ ਤੇ ਤੈਨਾਤ ਸਬ ਇੰਸਪੈਕਟਰ ਸੀ ਉਸਦੇ ਗਲ ਦੇ ਵਿੱਚ ਪਰਨਾ ਪਾ ਕੇ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਜ਼ਮੀਨ ਤੇ ਡਿੱਗ ਪਿਆ, ਬਿਲਕੁਲ ਬੇਹੋਸ਼ ਹੋ ਗਿਆ ਤਾਂ ਉਸ ਨੂੰ ਇਹ ਲੱਗਿਆ ਕਿ ਇਸਦੀ ਡੈਥ ਹੋ ਗਈ, ਇਸਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਆਖਿਰਕਾਰ ਉਸ ਨੂੰ ਛੱਡ ਕੇ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਦੇ ਫਿਲਹਾਲ ਹਜੇ ਤੱਕ ਹੱਥ ਖਾਲੀ ਨੇ, ਪਰ ਕਿਤੇ ਨਾ ਕਿਤੇ ਜਾ ਕੇ ਪਹਿਲਾਂ ਉੱਥੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨਾ ਤੇ ਇੱਥੇ ਅਟੈਕ ਕਰਨ ਦੀ ਕੋਸ਼ਿਸ਼ ਕਰਨਾ ਪੁਲਿਸ ਦੇ ਜਿਹੜੇ ਕਰਮਚਾਰੀ ਤੇ ਪੁਲਿਸ ਦੇ ਸਬ ਇੰਸਪੈਕਟਰ ਤੇ, ਔਰ ਕਿਤੇ ਨਾ ਕਿਤੇ ਜਾ ਕੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਿਰਕਾਰ ਕਿਸ ਪਾਸੇ ਇਹ ਗੱਲ ਜਾ ਰਹੀ ਹੈ। ਕਿਤੇ ਨਾ ਕਿਤੇ ਜਾ ਕੇ ਹਜੇ ਤੱਕ ਪੁਲਿਸ ਦੇ ਹੱਥ ਨੇ ਜਿਹੜੇ ਨਵਜੋਤ ਖਾਲੀ ਨਜ਼ਰ ਆ ਰਹੇ ਨੇ, ਪਰ ਦੂਸਰੇ ਪਾਸੇ ਪੁਲਿਸ ਟੀਮਾਂ ਬਣਾ ਕੇ ਇਸ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੁਕਰੀਆ ਸੂਰਜ ਇਸ ਖਬਰ ਤੇ ਪੂਰੀ ਜਾਣਕਾਰੀ ਵਾਸਤੇ। ਤੁਹਾਨੂੰ ਦੱਸ ਦਈ ਕਿ ਸਿਕਿਉਰਿਟੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਢਿੱਲ ਜ਼ਰੂਰ ਵਰਤੀ ਗਈ ਹੈ ਕਿਉਂਕਿ ਅਜਿਹੀ ਮਾਨਸਿਕਤਾ ਦਾ ਜਿਹੜਾ ਇਨਸਾਨ ਹੁੰਦਾ ਉਸ ਦੇ ਵਾਸਤੇ ਕੁਝ ਖਾਸ ਪ੍ਰਬੰਧ ਕਰਨੇ ਹੁੰਦੇ ਨੇ। ਜਿਸ ਤਰ੍ਹਾਂ ਇਸਨੇ ਜੇਲ੍ਹ ਦੇ ਵਿੱਚ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਇਸਨੇ ਇਸ ਤਰ੍ਹਾਂ ਇੱਕ ਪੁਲਿਸ ਮੁਲਾਜ਼ਮ ਤੇ ਅਟੈਕ ਕੀਤਾ ਔਰ ਉਸ ਤੋਂ ਬਾਅਦ ਇਹ ਫਰਾਰ ਹੋਣ ਦੇ ਵਿੱਚ ਕਾਮਯਾਬ ਰਿਹਾ ਤੇ ਜ਼ਾਹਿਰ ਜੀ ਗੱਲ ਹੈ ਸਵਾਲ ਉੱਠਣੇ ਲਾਜ਼ਮੀ ਨੇ ਔਰ ਫਿਲਹਾਲ ਤੁਹਾਨੂੰ ਦੱਸ ਦਈ ਕਿ ਇਸ ਹਵਾਲਾਤੀ ਦਾ ਹਜੇ ਵੀ ਕੋਈ ਅਤਾ ਪਤਾ ਨਹੀਂ ਲੱਗ ਸਕਿਆ ਹੈ। ब्रेक तो बाद एक बार फिर तो स्वागत है। हुण अगली खबर अपने बेबाग अंदाज दे नाल जानी जाती अदाकारा कंगना रनौत दे नाल जुड़ी हुई है। तो अदाकारा कंगना रनौत मुंबई तो वापस आ गई है और कंगना फ्लाइट जरिए मुंबई तो चंडीगढ़ पहुंची है। इस तो बाद सड़क मार्ग जरिए मनाली लई रवाना हो गई। इस दौरान भी कंगना एक तो बाद एक ट्वीट कर शिवसेना ते उन्हां वल्लों निशाने साधे गए और कंगना ने फिर तो शिवसेना नूं सोनिया सेना कहा ते मुंबई दे विच असुरक्षित होण दी गल कही।
ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ 에ਅਰਪੋਰਟ ਦੇ ਬਾਹਰ ਦੀਆਂ ਤਸਵੀਰਾਂ। ਇਹ ਮੁੰਬਈ ਦੀਆਂ ਤਸਵੀਰਾਂ ਨੇ ਜਿੱਥੇ ਉਹ ਆਪਣੇ ਘਰ ਤੋਂ ਬਾਹਰ ਨਿਕਲੇ ਨੇ ਔਰ ਉਸ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਸਿਲਸਿਲੇਵਾਰ ਤਰੀਕੇ ਦੇ ਨਾਲ ਟਵੀਟ ਕੀਤੇ ਗਏ ਔਰ ਕੰਗਨਾ ਆਪਣੇ ਟਵੀਟ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਵੀ ਗਿਆ ਕਿ ਚੰਡੀਗੜ੍ਹ ਦੇ ਵਿੱਚ ਲੈਂਡ ਹੁੰਦੇ ਹੀ ਮੇਰੀ ਸੁਰੱਖਿਆ ਨਾ ਮਾਤਰ ਰਹਿ ਗਈ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੰਗਨਾ ਰਣੌਤ ਚੰਡੀਗੜ੍ਹ 에ਅਰਪੋਰਟ ਤੇ ਪਹੁੰਚੇ ਔਰ ਪੂਰੇ ਉਹਨਾਂ ਦੀ ਇਸ ਟਰੈਵਲ ਦਾ ਜਾਇਜ਼ਾ ਲਿਆ ਸਾਡੇ ਸਹਿਯੋਗੀ ਮਨੋਜ ਰਾਠੀ ਨੇ। ਕੰਗਨਾ ਰਣੌਤ ਮੁੰਬਈ ਤੋਂ ਮਨਾਲੀ ਵਾਸਤੇ ਨਿਕਲ ਚੁੱਕੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇੱਥੇ ਇੰਟਰਨੈਸ਼ਨਲ 에ਅਰਪੋਰਟ ਤੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਤੇ ਉਹਨਾਂ ਦੀ ਵਾਈਸ ਸਿਕਿਉਰਿਟੀ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਗੱਡੀ ਹੈ ਉਹ ਇੱਥੇ ਪਹੁੰਚ ਚੁੱਕੀ ਹੈ। ਯਾਨੀ ਕਿ ਥੋੜੀ ਦੇਰ ਤੱਕ ਉਹ ਇੱਥੇ ਪਹੁੰਚਣਗੇ ਤੇ ਇੱਥੋਂ ਸਿੱਧਾ ਆਪਣੀ ਗੱਡੀ 'ਚ ਮਨਾਲੀ ਜਿਹੜੀ ਹੈ ਉਹ ਰਵਾਨਾ ਹੋਣਗੇ। ਲੇਕਿਨ ਉਸ ਤੋਂ ਪਹਿਲਾਂ ਜਿਹੜੀ ਪੁਲਿਸ ਸਿਕਿਉਰਿਟੀ ਹੈ ਉਹ ਪੂਰੀ ਤਰ੍ਹਾਂ ਲਾ ਦਿੱਤੀ ਗਈ ਹੈ। ਤੁਸੀਂ ਵੇਖ ਸਕਦੇ ਹੋ ਇੰਟਰਨੈਸ਼ਨਲ 에ਅਰਪੋਰਟ ਦੀਆਂ ਤਸਵੀਰਾਂ ਨੇ ਜਿੱਥੇ ਥੋੜੀ ਦੇਰ ਤੱਕ ਕੰਗਨਾ ਰਣੌਤ ਇੱਥੇ ਪਹੁੰਚਣਗੇ। ਉਸ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਹੈ 에ਅਰਪੋਰਟ ਦੀ ਜਿਹੜੀ ਇੰਟਰਨਲ ਸਿਕਿਉਰਿਟੀ ਹੈ ਉਹਦੇ ਨਾਲ ਨਾਲ ਜਿਹੜੀ ਮੋਹਾਲੀ ਪੁਲਿਸ ਦੀ ਸਿਕਿਉਰਿਟੀ ਹੈ ਉਹ ਵੀ ਲਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਲਗਾਤਾਰ ਜਿਹੜਾ ਕੰਟਰੋਵਰਸੀ ਚੱਲ ਰਹੀ ਹੈ ਕੰਗਨਾ ਵਰਸਸ ਸ਼ਿਵ ਸੈਨਾ, ਯਾਨੀ ਕਿ ਹੁਣ ਸਰਕਾਰ ਨੇ ਸਿੱਧਾ ਸਾਫ਼ ਤੌਰ ਤੇ ਹੁਣ ਇਸ ਡਰੱਗਸ ਮਾਮਲੇ 'ਚ ਇਨਵੈਸਟੀਗੇਸ਼ਨ ਦੀ ਵੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਲਗਾਤਾਰ ਹੁਣ ਕੰਟਰੋਵਰਸੀ ਜ਼ਰੂਰ ਪੈ ਰਹੀ ਹੈ। ਲੇਕਿਨ ਉਹਦੇ ਵਿੱਚ ਹੁਣ ਕੰਗਨਾ ਵਾਪਸ ਮਨਾਲੀ ਜਿਹੜੀ ਹੈ ਆਪਣੇ ਘਰ ਉਹ ਜਾਣਗੇ, ਜਿਹਨੂੰ ਲੈ ਕੇ ਹੁਣ ਇੰਟਰਨੈਸ਼ਨਲ 에ਅਰਪੋਰਟ ਤੇ ਹੁਣ ਪੂਰੀ ਜਿਹੜੀ ਸਿਕਿਉਰਿਟੀ ਹੈ ਉਹ ਲਾ ਦਿੱਤੀ ਗਈ ਹੈ। ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਦੀ ਤਸਵੀਰਾਂ ਨੇ ਜਿੱਥੇ ਸਿਕਿਉਰਿਟੀ ਪੂਰੀ ਵਾਈਸ ਸਿਕਿਉਰਿਟੀ ਜਿਹੜੀ ਹੈ ਉਹਨਾਂ ਨੂੰ ਲੈਣ ਵਾਸਤੇ ਆ ਚੁੱਕੀ ਹੈ ਤੇ ਥੋੜੀ ਦੇਰ ਤੱਕ ਇੱਥੇ ਫਲਾਈਟ ਮੁੰਬਈ ਤੋਂ ਇੱਥੇ ਪਹੁੰਚਣਗੇ ਕੰਗਨਾ ਰਣੌਤ। ਉਸ ਤੋਂ ਬਾਅਦ ਇੱਥੋਂ ਸਿੱਧਾ ਮਨਾਲੀ ਵਾਸਤੇ ਰਵਾਨਾ ਹੋਣਗੇ। ਉਹਨਾਂ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਸਿਕਿਉਰਿਟੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਹੈ ਉਹ ਉਹਨਾਂ ਨੂੰ ਦਿੱਤੀ ਗਈ ਹੈ ਤੇ ਹੁਣ ਥੋੜੀ ਦੇਰ ਤੱਕ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਉਹਨਾਂ ਨੂੰ ਲੈ ਕੇ ਉਹਨਾਂ ਦੀ ਗੱਡੀ ਜਿਹੜੀ ਪਹੁੰਚ ਚੁੱਕੀ ਹੈ, ਉਹਨਾਂ ਦੀ ਮਰਸਡੀਜ਼ ਤੇ ਉਹਨਾਂ ਦੀ ਜਿਹੜੀ ਵਾਈਸ ਸਿਕਿਉਰਿਟੀ ਹੈ, ਉਹਨਾਂ ਦੀ ਜਿਹੜੀ ਸਕਾਟ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਤੇ ਥੋੜੀ ਦੇਰ ਤੱਕ ਉਹਨਾਂ ਦੀ ਸਿਕਿਉਰਿਟੀ ਉਹਨਾਂ ਨੂੰ ਲੈ ਕੇ ਪਹੁੰਚੇਗੀ। ਜਿਹੜਾ ਅਰਾਈਵਲ ਦਾ ਗੇਟ ਹੈ, ਗੇਟ ਨੰਬਰ 1, ਇੱਥੋਂ ਹੀ ਕੰਗਨਾ ਰਣੌਤ ਥੋੜੀ ਦੇਰ ਤੱਕ ਪਹੁੰਚਣਗੇ ਤੇ ਪੂਰੀ ਸਿਕਿਉਰਿਟੀ ਜਿਹੜੀ ਹੈ ਮੋਹਾਲੀ ਪੁਲਿਸ ਦੇ ਨਾਲ ਨਾਲ ਜਿਹੜੀ ਅੰਦਰ ਦੀ CISF ਹੈ ਉਹ ਵੀ ਲਾ ਦਿੱਤੀ ਗਈ ਹੈ। ਲਗਾਤਾਰ ਜਿਹੜੀ ਕੰਟਰੋਵਰਸੀ ਕੰਗਨਾ ਰਣੌਤ ਦੀ ਚੱਲ ਰਹੀ ਸੀ ਉਹਨੂੰ ਲੈ ਕੇ ਇੱਕ ਵਾਰ ਫਿਰ ਉਹ ਵਾਪਸ ਆ ਰਹੇ ਨੇ ਆਪਣੇ ਘਰ ਨੂੰ। ਲੇਕਿਨ ਹੁਣ ਸਵਾਲ ਇਹਦੇ ਵਿੱਚ ਕਈ ਨੇ ਕਿ ਜਿਹੜਾ ਡਰੱਗਸ ਕਨੈਕਸ਼ਨ ਆ ਰਿਹਾ, ਡਰੱਗਸ ਕਨੈਕਸ਼ਨ ਨੂੰ ਲੈ ਕੇ ਲਗਾਤਾਰ ਜਿਹੜਾ ਅਧਿਐਨ ਸੁਮਨ ਦਾ ਵੀ ਨਾਂ ਆ ਰਿਹਾ ਕਿ ਇੰਟਰਵਿਊ 'ਚ ਸਾਫ਼ ਤੌਰ ਤੇ ਅਧਿਐਨ ਸੁਮਨ ਨੇ ਕਿਹਾ ਸੀਗਾ ਕਿ ਬਈ ਡਰੱਗਸ ਉਹ ਲੈਂਦੀ ਹੈ ਤੇ ਮੈਨੂੰ ਵੀ ਫੋਰਸ ਕਰਦੀ ਹੈ, ਜਿਹਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਉਹਦਾ ਆਧਾਰ ਬਣਾ ਕੇ ਹੁਣ ਕੰਗਨਾ ਰਣੌਤ ਤੋਂ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾਊਗੀ ਤੇ ਲਗਾਤਾਰ ਹੁਣ ਜਿਹੜੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੰਗਨਾ ਰਣੌਤ ਹੁਣ ਥੋੜੀ ਦੇਰ ਤੱਕ ਇੱਥੇ ਪਹੁੰਚਣਗੇ ਤੇ ਮੋਹਾਲੀ ਪੁਲਿਸ ਤੇ ਹੋਰ ਅੰਦਰ ਦੀ ਜਿਹੜੀ ਸਿਕਿਉਰਿਟੀ ਹੈ ਉਹ ਅਲਰਟ ਕਰ ਦਿੱਤੀ ਗਈ ਹੈ। ਮੋਹਾਲੀ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤਾਂ ਫਿਲਹਾਲ ਇਸ ਬੁਲੇਟਿਨ ਵਿੱਚ ਇੰਨਾ ਹੀ। ਅੱਗੇ ਵੀ ਖਬਰਾਂ ਦਾ ਸਿਲਸਿਲਾ ਨਿਊਜ਼ 18 ਤੇ ਲਗਾਤਾਰ ਜਾਰੀ ਹੈ।